हाँ जी, सत श्री अकाल जी साਰਿਆਂ ਨੂੰ। सो पंजाब मेड भी ਤੁਹਾਡਾ बहुत बहुत स्वागत ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਇੰਟਰਸਟਿੰਗ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲਾਨ ਟੈਨਿਸ ਦੇ ਵਿਸ਼ਵ ਚੈਂਪੀਅਨ ਆਰਥਰ ਐਸ਼ ਨੂੰ ਜਦੋਂ ਜਾਨਲੇਵਾ ਰੋਗ ਹੋ ਗਿਆ ਸੀ ਤੇ ਉਸ ਨੂੰ ਪੂਰੀ ਦੁਨੀਆ ਵਿੱਚੋਂ ਟੈਨਿਸ ਦੇ ਪ੍ਰੇਮੀਆਂ ਤੇ ਪ੍ਰਸ਼ੰਸਕਾਂ ਦੇ ਹਮਦਰਦੀ ਭਰੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਤੇ ਇੱਕ ਪੱਤਰ ਵਿੱਚ ਲਿਖਿਆ ਸੀ ਕਿ ਆਖਰ ਪ੍ਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ ਹੈ। ਤੇ ਐਸ਼ ਨੇ ਉੱਤਰ ਦਿੱਤਾ ਸੀ ਕਿ ਸੰਸਾਰ ਵਿੱਚ ਹਰ ਸਾਲ 5 ਕਰੋੜ ਬੱਚੇ ਟੈਨਿਸ ਖੇਡਣਾ ਸਿੱਖਦੇ ਨੇ ਤੇ ਉਹਨਾਂ ਵਿੱਚੋਂ 50 ਲੱਖ ਸਿੱਖਦੇ ਰਹਿੰਦੇ ਨੇ ਤੇ 50,000 ਚੰਗੇ ਖਿਡਾਰੀ ਬਣ ਜਾਂਦੇ ਨੇ ਤੇ 50,000 ਮੁਕਾਬਲੇ ਦੀ ਪੱਧਰ ਤੱਕ ਖੇਡਦੇ ਨੇ ਤੇ ਮੁਕਾਬਲਿਆਂ ਵਿੱਚ ਭਾਗ ਵੀ ਲੈਂਦੇ ਨੇ ਤੇ ਇਹਨਾਂ ਵਿੱਚੋਂ 50 ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਜਾਂਦੇ ਨੇ ਤੇ ਜਿਨ੍ਹਾਂ ਵਿੱਚੋਂ 4 ਸੈਮੀਫਾਈਨਲ ਤੇ 2 ਫਾਈਨਲ ਮੁਕਾਬਲੇ ਵਿੱਚ ਵੀ ਖੇਡਦੇ ਨੇ ਤੇ ਲਾਸਟ ਵਿੱਚ ਇੱਕ ਵਿਸ਼ਵ ਚੈਂਪੀਅਨ ਬਣਦਾ ਹੈ। ਤੇ ਜਦੋਂ ਮੈਂ ਵਿਸ਼ਵ ਚੈਂਪੀਅਨ ਬਣਿਆ ਸੀ ਤਾਂ ਮੈਂ ਰੱਬ ਨੂੰ ਨਹੀਂ ਪੁੱਛਿਆ ਸੀ ਕਿ ਮੈਨੂੰ ਹੀ ਵਿਸ਼ਵ ਚੈਂਪੀਅਨ ਲਈ ਕਿਉਂ ਚੁਣਿਆ ਹੈ। ਸੋ ਹੁਣ ਮੈਂ ਪ੍ਰਮਾਤਮਾ ਨੂੰ ਕਿਉਂ ਪੁੱਛਾਂ ਕਿ ਮੈਨੂੰ ਇਸ ਰੋਗ ਲਈ ਕਿਉਂ ਚੁਣਿਆ ਗਿਆ ਹੈ। ਸੋ ਇਹ ਫੈਕਟ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਤੇ ਹੁਣ ਗੱਲ ਕਰਦੇ ਹਾਂ ਅਗਲੇ ਫੈਕਟ ਦੀ। ਇੱਕ ਵਿਅਕਤੀ ਬੜਾ ਵਿਦਵਾਨ ਸੀ, ਬਹੁਤ ਸਾਰੇ ਗਿਆਨ ਦੇ ਬਾਵਜੂਦ ਉਸ ਦੀ ਤਸੱਲੀ ਨਹੀਂ ਸੀ ਹੋਈ ਤੇ ਉਸ ਨੇ ਗੁਰੂ ਦੀ ਤਲਾਸ਼ ਕੀਤੀ ਤੇ ਲੱਭ ਲਿਆ ਤੇ ਕਿਹਾ ਕਿ ਮੈਨੂੰ ਕੁਝ ਦੱਸੋ। ਤੇ ਗੁਰੂ ਨੇ ਕਿਹਾ ਕਿ ਤੂੰ ਜੋ ਕੁਝ ਵੀ ਜਾਣਦਾ ਹੈ ਉਹ ਲਿਖ ਲਿਆ। ਤੇ ਉਹ ਵਿਅਕਤੀ ਕਈ ਮਹੀਨੇ ਲਾ ਕੇ ਹਜ਼ਾਰਾਂ ਪੰਨੇ ਲਿਖ ਲਿਆ ਤੇ ਇਹ ਵੇਖ ਕੇ ਗੁਰੂ ਨੇ ਕਿਹਾ ਇੰਨੇ ਕੌਣ ਪੜੇਗਾ, ਸੰਖੇਪ ਕਰਕੇ ਤੇ ਉਹ ਹਜ਼ਾਰਾਂ ਪੰਨਿਆਂ ਦੇ ਉਸਨੇ 1000 ਪੰਨੇ ਬਣਾਏ ਤੇ ਗੁਰੂ ਨੇ ਕਿਹਾ ਹੋਰ ਸੰਖੇਪ ਕਰ ਤੇ ਹੁਣ ਉਸਨੇ 100 ਪੰਨੇ ਕਰ ਦਿੱਤੇ। ਪਰ ਜਵਾਬ ਮਿਲਿਆ ਹੋਰ ਸੰਖੇਪ ਕਰ ਤੇ ਹੁਣ ਉਸ ਕੋਲ 10 ਪੰਨੇ ਰਹਿ ਗਏ। ਪਰ ਫਿਰ ਵੀ ਉਸ ਨੂੰ ਹੋਰ ਸੰਖੇਪ ਕਰਨ ਲਈ ਕਿਹਾ ਤੇ ਜਿਸ ਤੋਂ ਬਾਅਦ ਉਸਨੇ 1 ਪੰਨਾ ਕਰ ਲਿਆ ਤੇ ਗੁਰੂ ਨੇ ਕਿਹਾ ਇਹ ਵੀ ਮੈਨੂੰ ਸਮਝ ਨਹੀਂ ਆਇਆ, ਇਸ ਨੂੰ ਹੋਰ ਸੰਖੇਪ ਕਰ। ਤੇ ਅਖੀਰ ਤੇ ਉਹ ਵਿਅਕਤੀ ਖਾਲੀ ਪੰਨਾ ਲੈ ਕੇ ਆਇਆ ਤੇ ਗੁਰੂ ਨੇ ਕਿਹਾ ਹਾਂ ਇਹ ਠੀਕ ਹੈ, ਹੁਣ ਤੂੰ ਮੇਰਾ ਵਿਦਿਆਰਥੀ ਹੈ, ਸ਼ਿਸ਼ ਹੈ, ਸਭ ਕੁਝ ਹੈ। ਪਹਿਲਾਂ ਤੇਰੇ ਮੇਰੇ ਵਿਚਕਾਰ ਗਿਆਨ ਦੀ ਦੀਵਾਰ ਸੀ। ਸੋ ਵਿਦਿਆਰਥੀ ਜਾਂ ਸ਼ਿਸ਼ਯ ਉਹ ਹੁੰਦਾ ਹੈ ਜੋ ਗੁਰੂ ਜਾਂ ਅਧਿਆਪਕ ਕੋਲ ਇਸ ਭਾਵ ਨਾਲ ਜਾਵੇ ਕਿ ਉਹ ਕੁਝ ਨਹੀਂ ਜਾਣਦਾ। ਸੋ ਤਾਂ ਹੀ ਉਹ ਕੁਝ ਨਵਾਂ ਸਿੱਖ ਸਕਦਾ ਹੈ, ਨਹੀਂ ਤਾਂ ਉਹ ਆਪਣੀਆਂ ਹੀ ਧਾਰਨਾਵਾਂ ਤੇ ਬੈਠਾ ਰਹੇਗਾ। ਤੇ ਅੱਗੇ ਗੱਲ ਕਰਦੇ ਹਾਂ ਨੀਲ ਆਰਮਸਟਰੋਂਗ ਦੇ ਚੰਦਰਮਾ ਜਾਣ ਤੋਂ ਪਹਿਲਾਂ ਉਸ ਨੂੰ ਇੱਕ ਮਾਰੂਥਲ ਵਿੱਚ ਸਿਖਲਾਈ ਦਿੱਤੀ ਗਈ ਤਾਂ ਕਿ ਉਸ ਨੂੰ ਚੰਦਰਮਾ ਤੇ ਮਾਰੂਥਲ ਵਰਗੀ ਹਾਲਤ ਵਿੱਚ ਵਿਚਰਨ ਵਿੱਚ ਸੌਖ ਹੋਵੇ। ਤੇ ਉੱਥੇ ਸਿਖਲਾਈ ਵਾਲੀ ਥਾਂ ਦੇ ਨੇੜੇ ਕੁਝ ਆਦੀਵਾਸੀ ਕਬੀਲੇ ਰਹਿੰਦੇ ਸੀ। ਜਦੋਂ ਕਬੀਲੇ ਦੇ ਮੁਖੀ ਨੂੰ ਆਰਮਸਟਰੋਂਗ ਦੇ ਚੰਦਰਮਾ ਤੇ ਜਾਣ ਬਾਰੇ ਪਤਾ ਲੱਗਿਆ ਤਾਂ ਉਸ ਨੇ ਕਿਹਾ ਉੱਥੇ ਪਵਿੱਤਰ ਆਤਮਾਵਾਂ ਦਾ ਨਿਵਾਸ ਹੈ, ਮਿਹਰਬਾਨੀ ਹੋਵੇਗੀ ਜੇ ਸਾਡਾ ਸੁਨੇਹਾ ਉਹਨਾਂ ਤੱਕ ਪਹੁੰਚਾ ਦਿਓ। ਕਬੀਲੇ ਦੇ ਅਨਪੜ੍ਹ ਮੁਖੀ ਨੇ ਆਪਣਾ ਸੁਨੇਹਾ ਆਰਮਸਟਰੋਂਗ ਨੂੰ ਜ਼ਬਾਨੀ ਰਟਾ ਦਿੱਤਾ। ਜਦੋਂ ਅਰਥ ਪੁੱਛਿਆ ਗਿਆ ਤਾਂ ਮੁਖੀ ਨੇ ਕਿਹਾ ਅਰਥ ਮੈਂ ਨਹੀਂ ਦੱਸ ਸਕਦਾ ਕਿਉਂਕਿ ਇਹ ਸੁਨੇਹਾ ਪਵਿੱਤਰ ਆਤਮਾਵਾਂ ਲਈ ਹੈ। ਤੇ ਨੀਲ ਨੇ ਉਹ ਭਾਸ਼ਾ ਸਮਝਣ ਵਾਲੇ ਇੱਕ ਵਿਅਕਤੀ ਤੋਂ ਸੁਨੇਹੇ ਦਾ ਅਰਥ ਪੁੱਛਿਆ ਤਾਂ ਅਰਥ ਦੱਸਣ ਵਾਲਾ ਹੱਸ ਪਿਆ। ਸੋ ਸੁਨੇਹਾ ਇਹ ਸੀ ਕਿ ਇਹਨਾਂ ਲੋਕਾਂ ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰਨਾ, ਇਹ ਤੁਹਾਡੇ ਤੋਂ ਚੰਨ ਵਾਲੀ ਜ਼ਮੀਨ ਖੋਹਣ ਆਏ ਨੇ। ਤੇ ਅੱਗੇ ਗੱਲ ਕਰਦੇ ਹਾਂ 18ਵੀਂ ਸਦੀ ਤੱਕ ਜੇ ਕਿਸੇ ਨੇ ਇੰਗਲੈਂਡ ਵਿੱਚ ਤਲਾਕ ਲੈਣਾ ਹੁੰਦਾ ਸੀ ਤਾਂ ਪਾਰਲੀਮੈਂਟ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ ਤੇ ਇਹ ਮਨਜ਼ੂਰੀ ਤਾਂ ਹੀ ਵਿਚਾਰੀ ਜਾਂਦੀ ਸੀ ਜੇ ਤਲਾਕ ਦੇਣ ਵਾਲੇ ਕੋਲ 1000 ਪਾਉਂਡ ਆਪਣੇ ਹੁੰਦੇ ਸੀ ਤੇ 1000 ਪਾਉਂਡ ਦਾ ਕਿਸੇ ਕੋਲ ਹੋਣਾ ਅਸੰਭਵ ਜਿਹੀ ਗੱਲ ਹੁੰਦੀ ਸੀ ਕਿਉਂਕਿ ਉਸ ਵੇਲੇ ਇੰਨੀ ਰਕਮ ਕਿਸੇ ਕੋਲ ਹੁੰਦੀ ਹੀ ਨਹੀਂ ਸੀ। ਸੋ ਇਸ ਕਰਕੇ ਤਲਾਕ ਵੀ ਨਹੀਂ ਹੁੰਦੇ ਸੀ। ਸੋ ਇਹ ਕਹਾਣੀ ਪੁਰਾਣੇ ਸਮਿਆਂ ਵਿੱਚ ਬਹੁਤ ਪ੍ਰਚਲਿਤ ਸੀ, ਬਹੁਤ ਲੋਕਾਂ ਨੇ ਸੁਣੀ ਵੀ ਹੋਵੇਗੀ। ਇੱਕ ਪਿੰਡ ਵਿੱਚ 2 ਮੰਜ਼ਿਲਾ ਗੁਰਦੁਆਰਾ ਸੀ। ਸਵੱਬ ਨਾਲ ਪਿੰਡ ਵਿੱਚ ਜਿਹੜਾ ਵੀ ਆਪਣੇ ਘਰ ਦਾ ਚੁਆਰਾ ਪਾਉਂਦਾ ਸੀ ਕਿਸੇ ਕਾਰਨ ਉਹ ਮਰ ਜਾਂਦਾ ਸੀ। ਜਦੋਂ 3-4 ਵਾਰੀ ਐਵੇਂ ਹੀ ਹੋਇਆ ਤਾਂ ਇਲਾਕੇ ਵਿੱਚ ਗੱਲ ਘੁੰਮ ਗਈ ਕਿ ਜਿਹੜਾ ਵੀ ਆਪਣਾ ਮਕਾਨ ਗੁਰਦੁਆਰੇ ਨਾਲੋਂ ਉੱਚਾ ਕਰੇਗਾ ਉਹ ਮਰ ਜਾਵੇਗਾ। ਇੱਕ ਫੌਜੀ ਦੂਜੇ ਵਿਸ਼ਵ ਯੁੱਧ ਮਗਰੋਂ ਜਦੋਂ ਸੇਵਾ ਮੁਕਤ ਹੋ ਕੇ ਪਿੰਡ ਆਇਆ ਤਾਂ ਉਸ ਨੇ ਚੁਆਰਾ ਪਾਉਣਾ ਆਰੰਭ ਕੀਤਾ ਤਾਂ ਸਾਰੇ ਕਹਿਣ ਲੱਗ ਪਏ ਕਿ ਵੇਖ ਲਓ ਜੰਗ ਵਿੱਚੋਂ ਤਾਂ ਬਚ ਕੇ ਆ ਗਿਆ ਪਰ ਚੁਆਰੇ ਨੇ ਮਾਰ ਦੇਣਾ ਹੈ। ਲੋਕ ਸਵੇਰੇ ਉੱਠ ਕੇ ਇੱਕ ਦੂਜੇ ਤੋਂ ਸਭ ਤੋਂ ਪਹਿਲਾਂ ਇਹੀ ਪੁੱਛਦੇ ਸੀ ਕਿ ਭਲਾ ਫੌਜੀ ਮਰ ਗਿਆ ਕਿ ਨਹੀਂ। ਜਦੋਂ ਫੌਜੀ ਨੇ ਚੁਬਾਰਾ ਪਾ ਲਿਆ ਤਾਂ ਉਸ ਨੂੰ ਕੁਝ ਨਾ ਹੋਇਆ ਤਾਂ ਕੁਝ ਮਹੀਨਿਆਂ ਵਿੱਚ ਹੀ ਸਾਰੇ ਪਿੰਡ ਨੇ ਚੁਬਾਰੇ ਪਾ ਲਏ। ਪਹਿਲ ਕਰਨ ਵਾਲਾ ਇੱਕ ਹੀ ਹੁੰਦਾ ਹੈ, ਬਾਕੀ ਸਾਰੇ ਪਿੱਛੇ ਲੱਗ ਹੁੰਦੇ ਨੇ। ਤੇ ਅੱਗੇ ਗੱਲ ਕਰਦੇ ਹਾਂ ਏਸ਼ੀਅਨ ਇਜਿਪਟ ਦੇ ਸਰਜਨ ਜਦੋਂ ਕਿਸੇ ਦਾ ਆਪਰੇਸ਼ਨ ਕਰਦੇ ਸੀ ਤੇ ਜੇਕਰ ਆਪਰੇਸ਼ਨ ਕਰਦੇ ਸਮੇਂ ਕਿਸੇ ਪੇਸ਼ੈਂਟ ਦੀ ਜਾਨ ਚਲੇ ਜਾਂਦੀ ਸੀ ਜਾਂ ਫਿਰ ਕਿਸੇ ਵੀ ਕਾਰਨ ਉਹ ਉਸ ਨੂੰ ਬਚਾਉਣ ਲਈ ਨਾ ਕਾਮਯਾਬ ਹੋ ਜਾਂਦੇ ਤਾਂ ਫਿਰ ਉਹ ਆਪਰੇਸ਼ਨ ਕਰਨ ਵਾਲੇ ਸਰਜਨ ਦੇ ਹੱਥ ਕੱਟ ਦਿੱਤੇ ਜਾਂਦੇ ਸੀ। ਮਤਲਬ ਜੇਕਰ ਉਸ ਸਮੇਂ ਦੇ ਡਾਕਟਰ ਨੂੰ ਆਪਣੇ ਹੱਥ ਪਿਆਰੇ ਹੁੰਦੇ ਸੀ ਤਾਂ ਉਸ ਨੂੰ ਹਰ ਕੀਮਤ ਤੇ ਪੇਸ਼ੈਂਟ ਨੂੰ ਬਚਾਉਣਾ ਪੈਂਦਾ ਸੀ। ਸੋ ਬੜਾ ਹੀ ਅਜੀਬ ਕਿਸਮ ਦਾ ਰੂਲ ਸੀ। ਤੇ ਅੱਗੇ ਗੱਲ ਕਰਦੇ ਹਾਂ 1386 ਵਿੱਚ ਇੱਕ ਸੂਰ ਨੇ ਇੱਕ ਬੱਚੇ ਤੇ ਹਮਲਾ ਕਰ ਦਿੱਤਾ ਤੇ ਹਮਲੇ ਕਾਰਨ ਬੱਚੇ ਦੇ ਬਹੁਤ ਗੁੱਝੀਆਂ ਸੱਟਾਂ ਵੱਜੀਆਂ ਸੀ ਜਿਸ ਕਾਰਨ ਉਸ ਦੀ ਬਾਅਦ ਵਿੱਚ ਮੌਤ ਹੋ ਗਈ।
ਤੇ ਜਿਸ ਕਾਰਨ ਉਹ ਸੂਰ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਇਸ ਤੋਂ ਬਾਅਦ ਫਿਰ ਇਹ ਸੂਰ ਨੂੰ ਕੋਰਟ ਵੀ ਭੇਜਿਆ ਗਿਆ ਤੇ ਜਿੱਥੇ ਉਸ ਤੇ ਮਰਡਰ ਕੇਸ ਵੀ ਚਲਾਇਆ ਗਿਆ ਤੇ ਮੁਕੱਦਮੇ ਦੌਰਾਨ ਉਹ ਦੋਸ਼ੀ ਵੀ ਕਰਾਰ ਹੋ ਗਿਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਇਸ ਤੋਂ ਬਾਅਦ ਫਿਰ ਉਸ ਨੂੰ ਇਨਸਾਨਾਂ ਵਾਲੇ ਕੱਪੜੇ ਪਵਾਏ ਗਏ ਤੇ ਫਿਰ ਫਾਂਸੀ ਤੇ ਲਟਕਾ ਦਿੱਤਾ। ਸੋ ਕਮਾਲ ਦੀ ਗੱਲ ਹੈ ਕਿ ਪੁਰਾਣੇ ਸਮਿਆਂ ਵਿੱਚ ਇਨਸਾਨ ਕੀ ਕੁਝ ਕਰਦੇ ਸੀ ਤੇ ਇਸੇ ਤਰ੍ਹਾਂ ਸੂਰਾਂ ਨੂੰ ਸਮੇਂ-ਸਮੇਂ ਸਿਰ ਸਜ਼ਾਵਾਂ ਹੁੰਦੀਆਂ ਰਹੀਆਂ ਨੇ ਤੇ ਕਈ ਵਾਰ 3-4 ਜਣੇ ਦੋਸ਼ੀ ਪਾਏ ਗਏ ਤਾਂ ਉਹਨਾਂ ਵਿੱਚੋਂ ਮੁੱਖ ਦੋਸ਼ੀ ਨੂੰ ਫਾਂਸੀ ਤੇ ਬਾਕੀਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਕਈ ਵਾਰੀ ਤਾਂ ਪੂਰੇ ਝੁੰਡ ਨੂੰ ਹੀ ਸਜ਼ਾ ਸੁਣਾਈ ਗਈ ਸੀ ਤੇ ਦੱਸਿਆ ਜਾਂਦਾ ਕਿ ਸੂਰਾਂ ਦਾ ਲਾਸਟ ਕੇਸ 1864 ਤੱਕ ਆਇਆ ਸੀ ਜਿਸ ਵਿੱਚ ਇੱਕ ਸੂਰ ਨੇ ਇੱਕ ਲੜਕੀ ਦਾ ਕੰਨ ਕੱਟ ਦਿੱਤਾ ਸੀ ਤੇ ਉਹ ਸੂਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤੇ ਅਦਾਲਤ ਨੇ ਉਸ ਸਮੇਂ ਬੱਚੀ ਦੇ ਪਰਿਵਾਰ ਨੂੰ ਭਾਰੀ ਜੁਰਮਾਨਾ ਵੀ ਦਿੱਤਾ ਸੀ। ਸੋ ਇਹ 1864 ਵਿੱਚ ਸੂਰਾਂ ਦਾ ਆਖਰੀ ਕੇਸ ਸੀ। ਇਸ ਤੋਂ ਬਾਅਦ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ। ਸ਼ਾਇਦ ਇਸ ਤੋਂ ਬਾਅਦ ਇਨਸਾਨਾਂ ਨੇ ਕੁਝ ਨਵਾਂ ਸਿੱਖ ਲਿਆ ਸੀ। ਅੱਗੇ ਗੱਲ ਕਰਦੇ ਹਾਂ ਪੁਰਾਣੇ ਵੇਲਿਆਂ ਦੀ ਗੱਲ ਹੈ। ਇੱਕ ਮੰਗਤੇ ਨੂੰ ਇੱਕ ਬਟੂਆ ਲੱਭਿਆ ਤੇ ਉਸਨੇ ਦੇਖਿਆ ਕਿ ਉਸ ਵਿੱਚ 2000 ਰੁਪਏ ਸੀ ਤੇ ਅਗਲੇ ਦਿਨ ਉਸਨੇ ਬਟੂਆ ਗਵਾਚਣ ਬਾਰੇ ਬਾਜ਼ਾਰ ਵਿੱਚ ਹੁੰਦੀ ਅਨਾਉਂਸਮੈਂਟ ਬਾਰੇ ਸੁਣਿਆ ਜਿਸ ਵਿੱਚ ਬਟੂਆ ਲੱਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਸੀ ਤੇ ਉਸਨੇ ਬਟੂਆ ਮਾਲਕ ਨੂੰ ਵਾਪਸ ਕਰਦਿਆਂ ਜਦੋਂ ਇਨਾਮ ਮੰਗਿਆ ਤਾਂ ਮਾਲਕ ਨੇ ਕਿਹਾ ਇਨਾਮ ਤਾਂ ਤੂੰ ਪਹਿਲਾਂ ਹੀ ਲੈ ਲਿਆ, ਇਸ ਵਿੱਚ 3000 ਰੁਪਏ ਸੀ ਪਰ ਹੁਣ ਕੇਵਲ 2000 ਰੁਪਏ ਨੇ। ਤੇ ਮੰਗਤੇ ਨੇ ਕਿਹਾ ਕਿ ਨਹੀਂ ਮੈਂ ਸੱਚ ਬੋਲ ਰਿਹਾ ਹਾਂ, ਫੈਸਲੇ ਲਈ ਚਲੋ ਅਦਾਲਤ ਚੱਲਦੇ ਹਾਂ। ਅਦਾਲਤ ਵਿੱਚ ਬੈਠੇ ਜੱਜ ਨੇ ਦੋਹਾਂ ਨੂੰ ਸੁਣਿਆ ਤੇ ਕਿਹਾ ਤੁਸੀਂ ਦੋਵੇਂ ਸਹੀ ਹੋ, ਅੱਜ ਇਨਸਾਫ ਹੋਵੇਗਾ। ਜੱਜ ਨੇ ਬਟੂਆ ਆਪਣੇ ਸਾਹਮਣੇ ਰੱਖ ਕੇ ਵਪਾਰੀ ਦੀ ਚਾਲਾਕੀ ਭਾਪ ਕੇ ਵਪਾਰੀ ਨੂੰ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਬਟੂਏ ਵਿੱਚ 3000 ਰੁਪਏ ਨੇ ਪਰ ਇਸ ਨੂੰ ਜਿਹੜਾ ਬਟੂਆ ਲੱਭਿਆ ਹੈ ਉਸ ਵਿੱਚ 2000 ਰੁਪਏ ਨੇ। ਸਪਸ਼ਟ ਇਹ ਹੈ ਕਿ ਜਿਹੜਾ ਬਟੂਆ ਇਸ ਮੰਗਤੇ ਨੂੰ ਲੱਭਿਆ ਇਹ ਉਹ ਬਟੂਆ ਨਹੀਂ ਜਿਹੜਾ ਤੁਹਾਡਾ ਗਵਾਚਿਆ ਹੈ। ਇਹ ਕਹਿ ਕੇ ਜੱਜ ਨੇ 2000 ਰੁਪਏ ਵਾਲਾ ਬਟੂਆ ਮੰਗਤੇ ਦੇ ਹਵਾਲੇ ਕਰ ਦਿੱਤਾ ਤੇ ਹੁਣ ਵਪਾਰੀ ਵਿਚਾਰਾ ਕੀ ਕਰੇ, ਠੰਡਾ ਪਾਣੀ ਪੀ ਮਰੇ। ਸੋ ਇਹ ਇੱਕ ਅਜਿਹੀ ਸਮਝਣ ਵਾਲੀ ਕਹਾਣੀ ਹੈ ਕਿ ਜੋ ਸਾਡੇ ਕੋਲ ਨਹੀਂ ਹੁੰਦਾ ਉਸ ਨੂੰ ਅਸੀਂ ਪਾਉਣ ਲਈ ਬਹੁਤ ਕੁਝ ਕਰਦੇ ਹਾਂ ਤੇ ਜਦੋਂ ਉਹ ਚੀਜ਼ ਮਿਲ ਜਾਂਦੀ ਹੈ ਤਾਂ ਸਾਨੂੰ ਉਸ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ, ਬੇਸ਼ੱਕ ਉਹ ਕੋਈ ਚੀਜ਼ ਜਾਂ ਇਨਸਾਨ ਹੋਵੇ। ਮਤਲਬ ਇਨਸਾਨ ਦੀ ਪਸੰਦ ਦਾ ਇਹ ਨੇਮ ਤੇ ਵਿਅੰਗ ਹੈ ਕਿ ਜੋ ਹਾਜ਼ਰ ਹੁੰਦਾ ਹੈ ਉਹ ਪਸੰਦ ਨਹੀਂ ਹੁੰਦਾ, ਜੋ ਪਸੰਦ ਹੁੰਦਾ ਹੈ ਉਹ ਹਾਜ਼ਰ ਨਹੀਂ ਹੁੰਦਾ। ਤੇ ਅੱਗੇ ਗੱਲ ਕਰਦੇ ਹਾਂ ਇੱਕ ਵਾਰੀ ਆਲ ਇੰਡੀਆ ਰੇਡੀਓ ਦਿੱਲੀ ਦੇ ਬੁਖਾਰੀ ਸਾਹਿਬ ਰੇਡੀਓ ਸਟੇਸ਼ਨ ਅੰਦਰ ਹੀ ਆਪਣੀ ਰਿਹਾਇਸ਼ ਤੋਂ ਟਲਦੇ ਹੋਏ ਰੇਡੀਓ ਸਟੇਸ਼ਨ ਦੇ ਵਿਚਲੇ ਮਿੱਟੀ ਨਾਲ ਭਰੇ 8-9 ਫੁੱਟ ਡੂੰਘੇ ਖੂਹ ਵਿੱਚ ਡਿੱਗ ਪਏ। ਉਧਰੋਂ ਰੇਡੀਓ ਸਟੇਸ਼ਨ ਦੇ ਦਿਹਾਤੀ ਪ੍ਰੋਗਰਾਮ ਦਾ ਪ੍ਰੋਡਿਊਸਰ ਪੰਡਤ ਹਿਰਦੇ ਰਾਮ ਲੰਘਿਆ। ਉਸਨੇ ਬੁਖਾਰੀ ਸਾਹਿਬ ਦੀਆਂ ਆਵਾਜ਼ਾਂ ਸੁਣ ਕੇ ਖੂਹ ਤੇ ਜਾ ਕੇ ਬੁਖਾਰੀ ਸਾਹਿਬ ਨੂੰ ਆਖਿਆ ਮੈਂ ਆਪਣੀ ਪਗੜੀ ਲਮਕਾਉਣਾ, ਤੁਸੀਂ ਇਸ ਦਾ ਸਿਰਾ ਫੜ ਲਿਓ ਤੇ ਮੈਂ ਤੁਹਾਨੂੰ ਉੱਪਰ ਖਿੱਚ ਲਵਾਂਗਾ। ਤੇ ਬੁਖਾਰੀ ਸਾਹਿਬ ਨੇ ਖੂਹ ਵਿੱਚੋਂ ਹਿਰਦੇ ਰਾਮ ਨੂੰ ਦੇਖਿਆ ਤੇ ਆਪਣੀ ਕਲਾਈ ਤੇ ਬੰਨੀ ਘੜੀ ਵੇਖੀ ਤੇ ਆਖਿਆ 8 ਵੱਜ ਗਏ ਨੇ। ਇਸ ਵੇਲੇ ਤਾਂ ਹਿਰਦੇ ਰਾਮ ਤੈਨੂੰ ਦਿਹਾਤੀ ਪ੍ਰੋਗਰਾਮ ਲਈ ਸਟੂਡੀਓ ਵਿੱਚ ਹੋਣਾ ਚਾਹੀਦਾ ਹੈ, ਤੂੰ ਇੱਥੇ ਕੀ ਕਰ ਰਿਹਾ ਹੈ। ਸੋ ਇਸ ਤੋਂ ਸਾਨੂੰ ਬਹੁਤ ਵੱਡੀ ਉਦਾਹਰਨ ਮਿਲਦੀ ਹੈ ਕਿ ਉਹ ਬੰਦੇ ਨੇ ਖੂਹ ਵਿੱਚ ਡਿੱਗ ਕੇ ਵੀ ਆਪਣੇ ਹੋਸ਼ ਨਹੀਂ ਗਵਾਏ, ਪਰ ਅਸੀਂ ਜੇਕਰ ਮੋਬਾਈਲ ਰੱਖ ਕੇ ਭੁੱਲ ਜਾਈਏ ਤਾਂ ਅਸੀਂ ਟੈਨਸ਼ਨ ਵਿੱਚ ਆ ਜਾਂਦੇ ਹਾਂ ਕਿ ਕਿਤੇ ਗਵਾਚ ਹੀ ਨਾ ਗਿਆ ਹੋਵੇ। ਤੇ ਹੋਰ ਛੋਟੀਆਂ-ਮੋਟੀਆਂ ਜ਼ਿੰਦਗੀ ਦੀਆਂ ਅੜਚਣਾਂ ਆਉਣ ਤੇ ਅਸੀਂ ਆਪਣਾ ਹੋਸ਼ ਗਵਾ ਬੈਠਦੇ ਹਾਂ। ਤੇ ਅੱਗੇ ਗੱਲ ਕਰਦੇ ਹਾਂ ਪੁਰਾਣੇ ਸਮੇਂ ਦੀ ਗੱਲ ਹੈ। ਪਿੰਡ ਦੇ ਰਸਤੇ ਵਿੱਚ ਇੱਕ ਬਹੁਤ ਵੱਡਾ ਪੱਥਰ ਸੀ ਜਿਸ ਕਾਰਨ ਆਵਾਜਾਈ ਵਿੱਚ ਨਿਰੰਤਰ ਵਿਘਨ ਪੈਂਦਾ ਸੀ ਤੇ ਇਸ ਨੂੰ ਹਟਾਉਣ ਲਈ ਸੁਝਾਅ ਮੰਗੇ ਗਏ। ਇੱਕ ਨੇ ਕਿਹਾ ਕਿ ਇਸ ਦੇ ਟੁਕੜੇ ਕਰਕੇ ਰੇੜਿਆਂ ਤੇ ਲੱਦ ਕੇ ਲੈ ਜਾਇਆ ਜਾਵੇਗਾ, ਖਰਚਾ 8000 ਹੋਵੇਗਾ ਤੇ ਦੂਜੇ ਨੇ ਕਿਹਾ ਕਿ ਮਜ਼ਬੂਤ ਸਰੀਏ ਰੱਖ ਕੇ ਰੋੜ ਕੇ ਲੈ ਜਾਇਆ ਜਾਵੇਗਾ, ਖਰਚਾ 6000 ਹੋਵੇਗਾ। ਤੇ ਹੁਣ ਤੁਹਾਡੇ ਹਿਸਾਬ ਨਾਲ ਘੱਟ ਖਰਚੇ ਵਿੱਚ ਇਸ ਨੂੰ ਕਿਵੇਂ ਸਾਈਡ ਕੀਤਾ ਜਾ ਸਕਦਾ ਹੈ? ਸੋ ਇਹ ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਸੋਚ ਸਕਦੇ ਹੋ ਤੇ ਤੁਸੀਂ ਕੀ ਸੋਚਿਆ ਸੀ ਉਹ ਵੀ ਕਮੈਂਟਾਂ ਵਿੱਚ ਜਰੂਰ ਦੱਸਿਓ। ਸੋ ਇਹ ਸਵਾਲ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।